ਪਿਆਰੇ ਬੱਚੋ, ਅੱਜ ਦੀ ਵੀਡੀਓ ਵਿੱਚ ਅਸੀਂ ਇਤਿਹਾਸ ਦੇ ਮੁੱਢ ਬਾਰੇ ਜਾਣਾਂਗੇ ਕਿ ਕਦੋਂ, ਕਿੱਥੇ ਤੇ ਕਿਵੇਂ ਇਹ ਸ਼ੁਰੂ ਹੋਇਆ। ਪਿਆਰੇ ਬੱਚੋ, ਅਤੀਤ ਦੀਆਂ ਘਟਨਾਵਾਂ ਇਤਿਹਾਸ ਦਾ ਵਿਸ਼ਾ ਵਸਤੂ ਬਣ ਜਾਂਦੀ ਹੈ। ਮਾਨਵ ਨੇ ਵਿਕਾਸ ਚਰਨਬੱਧ ਢੰਗ ਨਾਲ ਕੀਤਾ ਹੈ, ਮਤਲਬ ਸਟੈਪ ਬਾਈ ਸਟੈਪ ਇਨਸਾਨ ਜਿਹੜਾ ਹੈ ਅੱਜ ਦੀ ਸਿਚੁਏਸ਼ਨ ਦੇ ਵਿੱਚ ਪਹੁੰਚਿਆ ਹੈ। ਮਾਨਵ ਜੀਵਨ ਦੇ ਵਿਕਾਸ ਦੀ ਕਹਾਣੀ ਦਾ ਲਿਪੀਬੱਧ ਵਿਵਰਣ ਹੀ ਇਤਿਹਾਸ ਕਹਿਲਾਂਦਾ ਹੈ। ਭਾਵ ਕਿ ਇਤਿਹਾਸ ਕੀ ਹੈ? ਵਿਅਕਤੀ ਦੇ ਜੀਵਨ ਦਾ ਲਿਪੀਬੱਧ, ਜੋ ਸਾਨੂੰ ਲਿਖਤੀ ਸਬੂਤ ਜੋ ਮਿਲਦੇ ਆ, ਉਹ ਇਤਿਹਾਸ ਦਾ ਹਿੱਸਾ ਹੁੰਦਾ। ਪਰ ਲਿਪੀਬੱਧ ਹੋਣ ਤੋਂ ਪਹਿਲਾਂ ਵੀ ਇਨਸਾਨ ਸੀ, ਉਸ ਸਮੇਂ ਬਾਰੇ ਅਸੀਂ ਥੋੜਾ ਜਿਹਾ ਇੱਥੇ ਚਾਨਣਾ ਪਾਵਾਂਗੇ। ਪੁਰਾਣੇ ਸਮੇਂ ਵਿੱਚ ਮਾਨਵ ਜਦੋਂ ਪੜ੍ਹਿਆ ਲਿਖਿਆ ਜਿਹੜਾ ਹੈ ਨਹੀਂ ਹੁੰਦਾ ਸੀ, ਉਸ ਸਮੇਂ ਦੇ ਮਾਨਵ ਦੇ ਵਿਕਾਸ ਦਾ ਕੋਈ ਲਿਪੀਬੱਧ ਵਿਵਰਣ ਸਾਡੇ ਕੋਲ ਨਹੀਂ ਹੈ। ਇਹ ਕਾਲ ਜਿਸ ਦਾ ਲਿਖਤੀ ਵਿਵਰਣ ਪ੍ਰਾਪਤ ਨਹੀਂ ਹੈ, ਇਤਿਹਾਸ ਤੋਂ ਪਹਿਲਾਂ ਦਾ ਕਾਲ ਕਹਾਉਂਦਾ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਹੈ ਪੁਰਾਤੱਤਵ ਇਤਿਹਾਸ। ਪੁਰਾਤੱਤਵ ਇਤਿਹਾਸ ਨੇ ਸਾਨੂੰ ਮਾਨਵ ਦੀ ਤਰੱਕੀ ਤੋਂ ਜਾਣੂ ਕਰਾਇਆ ਹੈ ਕਿ ਪੁਰਾਣੇ ਟਿੱਲੇ ਅਤੇ ਖੰਡਰਾਂ ਦੀ ਖੁਦਾਈ ਕਰਨ ਦੀ ਕਲਾ ਨੂੰ ਪੁਰਾਤੱਤਵ ਕਹਿੰਦੇ ਹਨ। ਖੁਦਾਈ ਵਿੱਚ ਮਿਲੇ ਔਜ਼ਾਰਾਂ, ਬਰਤਨਾਂ, ਸਿੱਕੇ, ਮੂਰਤੀਆਂ ਤੇ ਅਵਸ਼ੇਸ਼ਾਂ ਦਾ ਅਧਿਐਨ ਕਰਕੇ ਜਿਹੜੇ ਵਿਦਵਾਨ ਸਿੱਟਾ ਕੱਢਦੇ ਹਨ, ਉਸ ਨੂੰ ਪੁਰਾਤੱਤਵ ਵਿਗਿਆਨੀ ਕਿਹਾ ਜਾਂਦਾ ਹੈ। ਪੁਰਾਤੱਤਵ ਵਿਦਵਾਨ ਇਤਿਹਾਸਕਾਰਾਂ ਨੂੰ ਸੰਪੂਰਨ ਸਮਾਜਿਕ ਅਤੇ ਸੰਸਕ੍ਰਿਤਿਕ ਇਤਿਹਾਸ ਦੇ ਲਈ ਜ਼ਰੂਰੀ ਵਿਵਰਣ ਮੁਹੱਈਆ ਕਰਾਉਂਦੇ ਹਨ। ਇਤਿਹਾਸਕਾਰਾਂ ਨੇ ਇਸ ਸਮੇਂ ਬਾਰੇ ਆਪਣੇ ਅਲੱਗ-ਅਲੱਗ ਵਿਚਾਰ ਦਿੱਤੇ ਹਨ। ਪਿਆਰੇ ਬੱਚੋ, ਪ੍ਰਾਚੀਨ ਕਾਲ ਵਿੱਚ ਟੈਲੀਵਿਜ਼ਨ, ਰੇਡੀਓ ਜਾਂ ਰੇਲਾਂ ਜਾਂ ਬੱਸਾਂ ਨਹੀਂ ਹੁੰਦੀਆਂ ਸੀ। ਮਾਨਵ ਆਪਣੇ ਭਾਵਾਂ ਨੂੰ ਲਿਖ ਕੇ ਪ੍ਰਗਟ ਕਰਨਾ ਨਹੀਂ ਜਾਣਦਾ ਸੀ, ਇਸ ਲਈ ਇਤਿਹਾਸ ਦੇ ਵਿਵਰਣ ਪ੍ਰਾਪਤ ਹੋਣ ਦਾ ਕੋਈ ਪ੍ਰਸ਼ਨ ਹੀ ਨਹੀਂ ਉੱਠਦਾ। ਲਿਪੀ ਦਾ ਵਿਵਰਣ ਹੁੰਦੇ ਹੀ ਇਤਿਹਾਸ ਲੇਖਣ ਦਾ ਕੰਮ ਸ਼ੁਰੂ ਹੋਇਆ। ਭਾਵ ਕਿ ਜਦੋਂ ਲਿਪੀ ਬਣੀ, ਵਿਦਵਾਨਾਂ ਨੇ ਲਿਪੀ ਨੂੰ ਬਣਾਇਆ, ਉਦੋਂ ਤੋਂ ਲਿਖਤੀ ਕੰਮ ਸ਼ੁਰੂ ਹੋਇਆ। ਇਤਿਹਾਸ ਮਾਨਵ ਦੇ ਬੀਤੇ ਕਾਲ ਦੀਆਂ ਘਟਨਾਵਾਂ ਦਾ ਲਿਪੀਬੱਧ ਲਿਖਤੀ ਵਿਵਰਣ ਹੈ। ਇਤਿਹਾਸ ਮਾਨਵ ਸਭਿਅਤਾ ਦੇ ਵਿਕਾਸ ਦੀ ਹੀ ਕਹਾਣੀ ਹੈ। ਇਹ ਮਾਨਵ ਸਭਿਅਤਾ ਦੇ ਵਿਕਾਸ ਦੇ ਨਾਲ ਨਾਲ ਸਾਡੇ ਪੂਰਵਜਾਂ ਦਾ ਗੌਰਵ ਕਥਾ ਦਾ ਵਿਵਰਣ ਇਸ ਵਿੱਚ ਸਾਨੂੰ ਪਤਾ ਲੱਗਦਾ ਹੈ। ਇਤਿਹਾਸ ਵਿੱਚ ਸਾਡੇ ਪੂਰਵਜਾਂ ਦੀ ਭਾਸ਼ਾ, ਲਿਪੀ ਕਲਾ, ਸਾਹਿਤ, ਧਰਮ, ਸੰਸਕ੍ਰਿਤੀ ਅਤੇ ਭਵਨ ਨਿਰਮਾਣ ਕਲਾ ਦਾ ਵਿਸਥਾਰ ਵਿਵਰਣ ਪ੍ਰਾਪਤ ਹੁੰਦਾ ਹੈ। ਇਤਿਹਾਸ ਹੀ ਪ੍ਰਾਚੀਨ ਸੰਸਕ੍ਰਿਤੀ ਅਮਾਨਤ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਣ ਵਾਲਾ ਪੁਲ ਹੈ। ਮਤਲਬ ਇਹ ਇਤਿਹਾਸ ਹੀ ਹੈ ਜਿਹੜਾ ਪਿਛਲੀ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਦੱਸਦਾ ਹੈ ਕਿ ਅਸੀਂ ਕਿਹਨਾਂ ਪੜਾਵਾਂ ਵਿੱਚੋਂ ਨਿਕਲ ਕੇ ਵਿਕਾਸ ਕੀਤਾ ਹੈ। ਮਨੁੱਖ ਆਦਿ ਕਾਲ ਤੋਂ ਹੀ ਸੁੰਦਰਤਾ ਦਾ ਪ੍ਰੇਮੀ ਰਿਹਾ ਹੈ। ਕਲਾ ਦੇ ਨਮੂਨੇ ਤੋਂ ਆਦਿ ਮਾਨਵ ਦੇ ਜੀਵਨ, ਪ੍ਰਥਾ ਅਤੇ ਸੁੰਦਰਤਾ ਦਾ ਪਤਾ ਲੱਗਦਾ ਹੈ। ਇਤਿਹਾਸ ਦੇ ਸੋਮੇ ਕਦੋਂ ਅਤੇ ਕਿੱਥੇ? ਬੱਚੋਂ, ਇਤਿਹਾਸ ਦਾ ਗਿਆਨ ਜਿਹੜੇ ਸਾਧਨਾਂ ਦੇ ਜ਼ਰੀਏ ਹੁੰਦਾ ਹੈ, ਉਸ ਨੂੰ ਇਤਿਹਾਸ ਜਾਣਨ ਦਾ ਸੋਮਾ ਕਿਹਾ ਜਾਂਦਾ ਹੈ। ਪੁਰਾਣੇ ਔਜ਼ਾਰ, ਬਰਤਨ, ਗਹਿਣੇ, ਭਵਨ ਅਤੇ ਅਭਿਲੇਖ ਇਤਿਹਾਸ ਨੂੰ ਦੱਸਣ ਵਾਲੇ ਨਿਸ਼ਚਿਤ ਸਾਧਨ ਸਨ। ਇਤਿਹਾਸ ਜਾਣਨ ਵਾਲੇ ਸਾਧਨਾਂ ਦਾ ਵਿਸ਼ਵਾਸਯੋਗ ਹੋਣਾ ਜ਼ਰੂਰੀ ਹੈ। ਭਾਵ ਕਿ ਉਹ ਟਰਸਟਵਰਥੀ ਹੋਣੇ ਚਾਹੀਦੇ ਨੇ, ਤਾਂ ਹੀ ਤੁਸੀਂ ਉਹਨਾਂ ਤੋਂ ਸਹੀ ਜਾਣਕਾਰੀ ਪ੍ਰਾਪਤ ਕਰ ਸਕੋਗੇ। ਇਤਿਹਾਸਕ ਘਟਨਾਵਾਂ ਜਾਂਚੀਆਂ ਤੇ ਪਰਖੀਆਂ ਹੋਣੀਆਂ ਚਾਹੀਦੀਆਂ ਹਨ। ਇਤਿਹਾਸ ਨੂੰ ਜਾਣਨ ਲਈ ਹੇਠ ਲਿਖੇ ਸਹਾਇਕ ਜਿਹੜੇ ਸੋਮੇ ਹਨ ਸਾਡੇ ਕੋਲ ਹਨ, ਜਿਵੇਂ ਖੁਦਾਈਆਂ ਵਿੱਚ ਪ੍ਰਾਪਤ ਹੋਈਆਂ ਵਸਤੂਆਂ। ਪਿਆਰੇ ਬੱਚੋਂ, ਖੁਦਾਈ ਜਿਹੜੇ ਨੇ ਇਤਿਹਾਸਕਾਰ ਜਦੋਂ ਕਰਦੇ ਆ ਤਾਂ ਉਹਨਾਂ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਵਸਤੂਆਂ ਜਿਵੇਂ ਮੋਹਰਾਂ, ਬਰਤਨ, ਘਰ, ਹਥਿਆਰ, ਸਿੱਕੇ, ਗਹਿਣੇ ਆਦਿ ਮਿਲਦੇ ਹਨ, ਜਿਨ੍ਹਾਂ ਤੋਂ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਸਿੱਕੇ ਨੇ, ਜਿਵੇਂ ਸਿੱਕਿਆਂ ਦੇ ਉੱਪਰ ਰਾਜਿਆਂ ਦੇ ਨਾਮ, ਉਹਨਾਂ ਦੀ ਫੋਟੋ ਜਾਂ ਸ਼ਾਸਨ ਦਾ ਸਮਾਂ, ਸਿੱਕਿਆਂ ਦਾ ਆਕਾਰ, ਡਿਜ਼ਾਈਨ ਤੋਂ ਉਸ ਸਮੇਂ ਦੀ ਕਲਾ ਅਤੇ ਧਾਤ, ਜਿਵੇਂ ਕੋਈ ਸੋਨੇ ਦਾ ਹੋ ਸਕਦਾ, ਚਾਂਦੀ ਦਾ ਹੋ ਸਕਦਾ, ਤਾਂਬੇ ਦਾ ਹੋ ਸਕਦਾ, ਤੋਂ ਉਹਨਾਂ ਦੀ ਆਰਥਿਕ ਹਾਲਤ ਦਾ ਪਤਾ ਲੱਗਦਾ ਹੈ। ਇਸੇ ਤਰ੍ਹਾਂ ਸਾਡੇ ਕੋਲ 3 ਨੰਬਰ ਤੇ ਹੈ ਮਹਿਲ, ਮੰਦਿਰ ਅਤੇ ਕਿਲੇ। ਪੁਰਾਣੇ ਮਹਿਲ, ਮੰਦਿਰ ਅਤੇ ਕਿਲੇ ਆਦਿ ਤੋਂ ਸਾਨੂੰ ਉਸ ਸਮੇਂ ਦੇ ਸ਼ਾਸਕਾਂ, ਉਹਨਾਂ ਦੀ ਹਾਲਤ ਅਤੇ ਸਮਾਜ ਦੀ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਸਾਡੇ ਕੋਲ ਹੈ ਅਭਿਲੇਖ ਅਤੇ ਸਤੰਭ। ਰਾਜਿਆਂ ਦੁਆਰਾ ਆਪਣੇ ਆਦੇਸ਼ਾਂ ਨੂੰ ਸਭ ਦੇ ਲਈ ਫੈਲਾਉਣ ਅਤੇ ਆਪਣੀ ਜਿੱਤ ਦੀ ਪ੍ਰਸ਼ੰਸਾ ਦਾ ਪ੍ਰਚਾਰ ਕਰਨ ਦੇ ਲਈ ਕਈ ਅਭਿਲੇਖ ਪੱਥਰਾਂ, ਧਾਤਾਂ ਅਤੇ ਖੰਭਿਆਂ ਤੇ ਲਿਖਾਏ ਜਾਂਦੇ ਸੀ। ਇਹ ਅਭਿਲੇਖ ਅਤੇ ਸਤੰਭ ਉਸ ਸਮੇਂ ਦੇ ਇਤਿਹਾਸ ਦੀ ਜਾਣਕਾਰੀ ਦਿੰਦੇ ਹਨ। ਇਸੇ ਤਰ੍ਹਾਂ ਵਿੱਚ ਸਾਡੇ ਕੋਲ ਹੈ 5 ਨੰਬਰ ਤੇ ਸਾਹਿਤਕ ਸੋਮੇ। ਪੁਰਾਣੇ ਸਮੇਂ ਦੀਆਂ ਪੁਸਤਕਾਂ, ਸਾਹਿਤ ਵੀ ਇਤਿਹਾਸ ਨੂੰ ਜਾਣਨ ਦਾ ਮਹੱਤਵਪੂਰਨ ਸਾਧਨ ਹੁੰਦੇ ਹਨ। ਧਾਰਮਿਕ ਪੁਸਤਕਾਂ, ਸਾਧਾਰਨ ਵਿਸ਼ਿਆਂ ਜਿਵੇਂ ਰਾਜਨੀਤਿਕ, ਸਮਾਜ ਆਦਿ ਦੇ ਨਾਟਕ, ਕਥਾਵਾਂ ਆਦਿ ਦੀਆਂ ਪੁਸਤਕਾਂ ਅਤੇ ਵਿਦੇਸ਼ੀ ਯਾਤਰੀਆਵਾਂ ਅਤੇ ਦੂਤਾਂ ਦੀਆਂ ਪੁਸਤਕਾਂ ਤੋਂ ਵੀ ਸਾਨੂੰ ਉਸ ਸਮੇਂ ਦੀ ਵਡਮੁੱਲੀ ਜਾਣਕਾਰੀ ਮਿਲਦੀ ਹੈ। ਹੁਣ ਬੱਚੋਂ, ਸਾਡੇ ਕੋਲ ਅਗਲਾ ਪ੍ਰਸ਼ਨ ਹੈ, ਇਤਿਹਾਸ ਦੇ ਸੋਮੇ ਕਿਵੇਂ ਪ੍ਰਾਪਤ ਹੋਏ? ਇਤਿਹਾਸ ਦੇ ਸੋਮੇ ਵਿਸ਼ੇ ਵਿੱਚ ਜਾਣਨ ਤੋਂ ਬਾਅਦ ਅਸੀਂ ਇਹ ਜਾਣਾਂਗੇ ਕਿ ਸੋਮੇ ਕਿਵੇਂ ਪ੍ਰਾਪਤ ਕੀਤੇ ਗਏ ਹਨ। ਜਿਵੇਂ ਪੁਰਾਤੱਤਵ ਅਵਸ਼ੇਸ਼ ਨੇ ਸਾਡੇ ਕੋਲ 1 ਨੰਬਰ ਤੇ,
ਇਤਿਹਾਸ ਦੇ ਨਿਰਮਾਣ ਵਿੱਚ ਪੁਰਾਤੱਤਵ ਅਵਸ਼ੇਸ਼ਾਂ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ। ਪੁਰਾਤੱਤਵ ਅਵਸ਼ੇਸ਼ ਇਤਿਹਾਸ ਦੇ ਬਹੁਮੁੱਲੇ ਸੋਮੇ ਮੰਨੇ ਜਾਂਦੇ ਹਨ। ਇਹਨਾਂ ਸੋਮਿਆਂ ਵਿੱਚ ਭਵਨਾਂ ਦੇ ਅਵਸ਼ੇਸ਼, ਮਿੱਟੀ ਦੇ ਬਰਤਨ, ਗਹਿਣੇ ਅਤੇ ਮੂਰਤੀਆਂ, ਸਿੱਕੇ ਪ੍ਰਮੁੱਖ ਹੁੰਦੇ ਹਨ। ਪੁਰਾਤੱਤਵ ਉਸ ਕਾਲ ਦੇ ਇਤਿਹਾਸ ਦੀਆਂ ਘਟਨਾਵਾਂ ਨੂੰ ਠੀਕ ਉਜਾਗਰ ਕਰਦੇ ਹਨ। ਇਹਨਾਂ ਸੋਮਿਆਂ ਦਾ ਧੀਰਜ ਨਾਲ ਅਤੇ ਸਾਵਧਾਨੀ ਨਾਲ ਅਧਿਐਨ ਕਰਕੇ ਇਤਿਹਾਸ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਅਗਲਾ ਹੈ ਸਾਹਿਤਕ ਸੋਮੇ। ਸਾਹਿਤਕ ਰਚਨਾਵਾਂ ਪ੍ਰਾਚੀਨ ਲਿਪੀਆਂ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੱਚੋਂ, ਧਾਰਮਿਕ ਗ੍ਰੰਥ ਪ੍ਰਾਚੀਨ ਇਤਿਹਾਸ ਦੀਆਂ ਅਮਾਨਤਾਵਾਂ ਨੂੰ ਆਪਣੇ ਵਿੱਚ ਸਮੇਟ ਕੇ ਭਵਿੱਖ ਵਿੱਚ ਇਤਿਹਾਸ ਜਾਣਨ ਦੇ ਮਹੱਤਵਪੂਰਨ ਸੋਮੇ ਬਣ ਜਾਂਦੇ ਹਨ। ਭਾਰਤ ਦੇ ਇਤਿਹਾਸ ਨੂੰ ਜਾਣਨ ਵਿੱਚ ਵੈਦਿਕ, ਜੈਨ ਅਤੇ ਬੌਧ ਗ੍ਰੰਥਾਂ ਦਾ ਬੜਾ ਯੋਗਦਾਨ ਰਿਹਾ ਹੈ। ਪ੍ਰਾਚੀਨ ਇਤਿਹਾਸ ਦੀਆਂ ਸਾਹਿਤਕ ਕ੍ਰਿਤੀਆਂ ਨੇ ਵੀ ਇਤਿਹਾਸ ਨੂੰ ਜਾਣਨ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਸੇ ਤਰ੍ਹਾਂ ਬੱਚੋਂ ਸਾਡੇ ਕੋਲ ਹੈ ਅਗਲਾ ਪ੍ਰਾਚੀਨ ਅਭਿਲੇਖ। ਪੁਰਾਣੇ ਸਮੇਂ ਦਾ ਮਾਨਵ ਮੋਹਰਾਂ, ਪੱਥਰਾਂ ਦੀਆਂ ਸ਼ਿਲਾਵਾਂ, ਸਤੰਭਾਂ, ਭਵਨਾਂ ਦੀਆਂ ਦੀਵਾਰਾਂ, ਇੱਟਾਂ ਅਤੇ ਮੂਰਤੀਆਂ ਤੋਂ ਅਭਿਲੇਖ ਅੰਕਿਤ ਕਰਦਾ ਸੀ। ਅਭਿਲੇਖ ਵਿੱਚ ਇਹ ਅਭਿਲੇਖ ਹੀ ਇਤਿਹਾਸ ਜਾਣਨ ਦੇ ਮਹੱਤਵਪੂਰਨ ਸਾਧਨ ਬਣ ਗਏ। ਪ੍ਰਾਚੀਨ ਅਭਿਲੇਖਾਂ ਦੇ ਆਧਾਰ ਤੇ ਹੀ ਨਵੇਂ ਇਤਿਹਾਸ ਦਾ ਭਵਨ ਤਿਆਰ ਕੀਤਾ ਜਾਂਦਾ ਹੈ। ਇਹਨਾਂ ਹੀ ਅਭਿਲੇਖਾਂ ਦੇ ਆਧਾਰ ਤੇ ਹੀ ਇਤਿਹਾਸ ਵਿੱਚ ਮਿਤੀ ਕ੍ਰਮ ਦਾ ਤਰੀਕਾਂ ਦਾ ਸਾਨੂੰ ਡੇਟਾਂ ਦਾ ਸਾਨੂੰ ਪਤਾ ਲੱਗਦਾ ਰਿਹਾ ਹੈ। ਹੁਣ ਵਿਦੇਸ਼ੀ ਯਾਤਰੀਆਂ ਦੇ ਬਿਰਤਾਂਤ ਵੀ ਰਹੇ ਨੇ ਬੱਚੋਂ। ਵਿਦੇਸ਼ੀ ਯਾਤਰੀ ਭਾਰਤ ਦੀ ਯਾਤਰਾ ਤੇ ਆਉਂਦੇ ਰਹੇ ਨੇ, ਜਿਨ੍ਹਾਂ ਵਿੱਚੋਂ ਤੁਸੀਂ ਦੇਖ ਰਹੇ ਹੋ ਜਿਵੇਂ ਫਾਹੀਆਨ ਹੈ, ਇਸੇ ਤਰ੍ਹਾਂ ਹਿਊਨ ਸਾਂਗ ਹੈ, ਅਲ-ਬਰੂਨੀ ਹੈ, ਮੈਗਸਥਨੀਜ਼ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਵਿਦਵਾਨ ਵਿਦੇਸ਼ਾਂ ਤੋਂ ਭਾਰਤ ਦੀਆਂ ਯਾਤਰਾਵਾਂ ਤੇ ਆਏ ਤੇ ਉਹਨਾਂ ਨੇ ਭਾਰਤ ਬਾਰੇ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਕੇ ਆਪਣੀ ਕਿਸੇ ਪੁਸਤਕ ਦਾ ਰੂਪ ਦਿੱਤਾ ਤੇ ਉਹਨਾਂ ਨੂੰ ਪੜ੍ਹ ਕੇ ਸਾਨੂੰ ਉਸ ਸਮੇਂ ਦੇ ਭਾਰਤ ਦੇ ਹਾਲਾਤਾਂ ਦਾ ਪਤਾ ਲੱਗਦਾ ਹੈ।